ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਬੋਲਦਾ ਨਿਊਜ਼ ਚੈਨਲ। ਮੈਂ ਆਪ ਜੀ ਦਾ ਵੀਰ ਸੁਖਦੇਵ ਸਿੰਘ ਸਾਗਰ ਲੈ ਕੇ ਹਾਜ਼ਰ ਹਾਂ ਜੀ ਆਪ ਜੀ ਦਾ ਪਸੰਦੀਦਾ ਪ੍ਰੋਗਰਾਮ ਹਕੀਕਤ ਲਹਿਰਾਂ। ਸੋ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਰਹੁੜਿਆਂ ਵਾਲੀ, ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ, ਗੁਰਦੁਆਰਾ ਨਾਨਕ ਨਿਵਾਸ, ਜਿੱਥੇ ਅਸੀਂ ਅੱਜ ਇੱਕ ਕੀਰਤਨੀ ਜਥੇ ਦੇ ਨਾਲ ਗੱਲ ਕਰਦੇ ਹਾਂ। ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ ਮੱਲਨ, ਜੋ ਬਹੁਤ ਸੋਹਣਾ ਰਸ ਭਿੰਨਾ ਕੀਰਤਨ ਕਰਦੇ ਨੇ, ਬਹੁਤ ਮਿੱਠਾ ਕੀਰਤਨ ਕਰਦੇ ਨੇ। ਉਹਨਾਂ ਦੇ ਨਾਲ ਜ਼ਿੰਦਗੀ ਦੀਆਂ ਕੁਝ ਯਾਦਾਂ, ਗੱਲਾਂ ਬਾਤਾਂ ਜੋ ਸਾਂਝੀਆਂ ਕਰਾਂਗੇ। ਸੋ ਆਪ ਬਣੇ ਰਹੋ ਚੈਨਲ ਦੇ ਨਾਲ। ਬਹੁਤ ਬਹੁਤ ਧੰਨਵਾਦ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਪੰਜਾਬ ਬੋਲਦਾ ਨਿਊਜ਼ ਚੈਨਲ ਵੱਲੋਂ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ। ਹਾਂਜੀ ਬਾਬਾ ਜੀ, ਅਸੀਂ ਜੇ ਗੱਲ ਕਰੀਏ ਕੀਰਤਨ ਦੀ, ਹਾਂਜੀ ਤੁਸੀਂ ਬਹੁਤ ਰਸ ਭਿੰਨਾ ਕੀਰਤਨ ਕਰਦੇ ਹੋ, ਕਾਫੀ ਵਾਰੀ ਤੁਹਾਡਾ ਕੀਰਤਨ ਸੁਣਿਆ। ਹਾਂਜੀ, ਸੋ ਆਪਾਂ ਜ਼ਿੰਦਗੀ ਦੀਆਂ ਕੁਝ ਗੱਲਾਂ ਸਾਂਝੀਆਂ ਕਰੀਏ। ਜੋ ਇਹ ਕੀਰਤਨ ਦੀ ਸਿੱਖਿਆ, ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਇਹ ਕੀਰਤਨ ਦੀ ਸਿੱਖਿਆ ਕਿੱਥੋਂ ਲਈ? ਹਾਂਜੀ ਕੀਰਤਨ ਦੀ ਸਿੱਖਿਆ ਮੈਂ ਤਕਰੀਬਨ ਅੱਜ ਤੋਂ 17-18 ਸਾਲ ਪਹਿਲਾਂ ਜਦੋਂ +2 ਕੀਤੀ ਨਾ, ਮਨ ਦੇ ਵਿੱਚ ਇੱਕ ਸ਼ੌਂਕ ਹੁੰਦਾ ਸੀ ਕਿ ਕਦੀ ਅਸੀਂ ਵੀ ਕੀਰਤਨ ਕਰੀਏ। ਛੋਟੇ ਹੁੰਦੇ ਜਦੋਂ ਕੀਰਤਨ ਸੁਣਨਾ, ਕਈ ਵਾਰ ਜੀ ਕਰਨਾ ਕਿ ਕੀਰਤਨ ਸਿੱਖੀਏ। ਜਿਹਨਾਂ ਪਿੰਡਾਂ ਦੇ ਵਿੱਚ ਕੀਰਤਨ ਸਿਖਾਇਆ ਜਾਂਦਾ ਸੀ ਨਾ, ਉੱਥੇ ਐਂ ਲੱਗਦਾ ਸੀ ਕਿ ਸਵਰਗ ਆ। ਤੇ ਜਦੋਂ ਕੀਰਤਨ ਸੁਣਨਾ ਤਾਂ ਐਂ ਜੀ ਕਰਨਾ ਕਿ ਅੱਜ ਹੀ ਸਿੱਖ ਲਈਏ, ਪਰ ਕੋਈ ਸਾਧਨ ਨਹੀਂ ਸੀ। ਜਿੱਦਣ ਅਸੀਂ +2 ਕੀਤੀ ਤੇ ਮੈਂ ਮੁਕਤਸਰ ਸਾਹਿਬ ਆਪਣੇ ਮਾਸਟਰ ਜੀ ਗੁਰਮੇਸ਼ ਸਿੰਘ ਜੀ, ਅੱਜ ਕੱਲ੍ਹ ਉਹ ਕੈਨੇਡਾ ਵੀ ਸੇਵਾ ਨਿਭਾ ਰਹੇ ਨੇ, ਉਹਨਾਂ ਦੇ ਘਰ ਮੈਂ ਕੁਝ ਕੁ ਮਹੀਨਿਆਂ ਦੇ ਰਹਿਣ ਨਹੀਂ ਗਿਆ। ਤੇ ਉੱਥੇ ਰਹਿੰਦਿਆਂ ਮੇਰਾ ਮਿਲਾਪ ਜਿਹੜੇ ਕਿ ਅੱਜ ਕੱਲ੍ਹ ਮੈਨੇਜਰ ਨੇ ਦਰਬਾਰ ਸਾਹਿਬ ਦੇ ਭਾਈ ਸਮੇਰ ਸਿੰਘ ਜੀ, ਉਹਨਾਂ ਦੇ ਨਾਲ ਹੋਇਆ। ਤੇ ਉਹਨਾਂ ਦੇ ਰਾਹੀਂ ਉਦੋਂ ਉੱਥੇ ਵਿਦਿਆਲਾ ਚੱਲਦਾ ਸੀ ਕੀਰਤਨ ਸਿਖਲਾਈ ਦਾ। ਉੱਥੋਂ ਅਸੀਂ ਉਹ ਵਿਦਿਆ ਪ੍ਰਾਰੰਭ ਕੀਤੀ। ਤਕਰੀਬਨ 6 ਮਹੀਨੇ ਲਾਉਣ ਤੋਂ ਬਾਅਦ +2 ਮੇਰੀ ਹੋ ਚੁੱਕੀ ਸੀ। ਤੇ ਉਸ ਤੋਂ ਮਗਰੋਂ ਮੈਂ ਸਭਰਾਵਾਂ, ਜਿੱਥੇ ਸ਼ਾਮ ਸਿੰਘ ਢਾਰੀ, ਜਿੱਥੇ ਕਿ ਸਿੱਖਾਂ ਤੇ ਅੰਗਰੇਜ਼ਾਂ ਦਾ ਲਾਸਟ ਯੁੱਧ ਹੋਇਆ, ਆਖਰੀ ਯੁੱਧ ਹੋਇਆ, ਉੱਥੇ ਜੋ ਗੁਰਮਤਿ ਵਿਦਿਆਲਾ, ਉੱਥੇ ਕਾਫੀ ਬੱਚਿਆਂ ਨੂੰ ਕੀਰਤਨ ਦੀ ਸਿਖਲਾਈ, ਕਵੀਸ਼ੀ ਦੀ ਸਿਖਲਾਈ, ਗੱਤਕਾ ਸਿਖਲਾਈ ਦਿੱਤੀ ਜਾਂਦੀ ਹੈ। ਤੇ ਉੱਥੇ ਮੇਰਾ ਪਿਆਰ ਮਹਾਂਪੁਰਸ਼ ਬਾਬਾ ਸਿੰਦਰ ਸਿੰਘ ਜੀ ਕਾਸੇ ਵਾਲੇ, ਉਹਨਾਂ ਦੇ ਨਾਲ ਪਿਆ। ਉਹਨਾਂ ਦੇ ਰਾਹੀਂ ਮੈਂ ਕੀਰਤਨ ਦੀ ਆਰੰਭਤਾ ਜੋ ਸਿਖਲਾਈ ਸ਼ੁਰੂ ਕਰ ਦਿੱਤੀ। ਨਾਲ ਨਾਲ ਕਾਰੋਬਾਰ ਦੇ ਤੌਰ ਤੇ ਮੈਂ ਗੁਰਬਾਣੀ ਪੜ੍ਹਨੀ, ਜੋ ਪਾਠ ਕਰਨੇ, ਕਥਾ ਵਿਚਾਰ ਕਰਨੀ, ਇਹ ਵੀ ਮੈਂ ਨਾਲ ਸ਼ੌਂਕ ਰੱਖਦਾ ਸੀ। ਇਹ ਸ਼ੌਂਕ ਰੱਖਦਾ ਹੌਲੀ ਹੌਲੀ ਜੋ ਮੇਰੀ ਡਿਊਟੀ SGPC, ਜੋ ਕਿ ਗੁਰਦੁਆਰਾ ਸ਼ਹੀਦਗੰਜ ਸਾਹਿਬ ਹੈ, ਉੱਥੇ ਅਖੰਡ ਪਾਠੀ ਦੇ ਤੌਰ ਤੇ ਤਕਰੀਬਨ ਦਾਸ ਨੇ ਸੇਵਾ 2003 ਤੋਂ ਲੈ ਕੇ 2009 ਤੱਕ ਨਿਭਾਈ ਹੈ। ਤੇ ਉਹਨਾਂ ਸਮਿਆਂ ਦੇ ਵਿੱਚ ਮੇਰਾ ਮਿਲਾਪ ਉਸਤਾਦ ਭੋਲਾ ਜਮਲਾ ਜੀ, ਜਿਹੜੇ ਕਿ ਉੱਗਾ ਘਰਾਣਾ ਜਮਲਾ ਜੱਟ ਜੀ, ਉਹਨਾਂ ਦੇ ਅੰਸ਼ ਦੇ ਵਿੱਚੋਂ ਨੇ। ਉਸਤਾਦ ਜੀ ਦੇ ਰਾਹੀਂ ਕਲਾਸੀਕਲ ਸਿੱਖਿਆ ਮੈਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਚਲੋ ਗੁਰੂ ਪਾਤਸ਼ਾਹ ਜੀ ਨੇ, ਗੁਰੂ ਰਾਮਦਾਸ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ, ਬੜੀ ਰਹਿਮਤ ਕੀਤੀ ਕਿ ਕੀਰਤਨ ਦੀ ਦਾਤ ਸਾਡੇ ਝੋਲੀ ਪਾ ਦਿੱਤੀ। ਤੇ ਇਹ ਕੀਰਤਨ ਦੀ ਦਾਤ ਲੈ ਕੇ ਅੱਜ ਅਸੀਂ ਸੰਗਤਾਂ ਦੇ ਨਾਲ ਰੂਬਰੂ ਹੋ ਰਹੇ ਹਾਂ। ਜੇ ਆਪਾਂ ਪਰਿਵਾਰ ਦੀ ਗੱਲ ਕਰੀਏ, ਪਰਿਵਾਰ ਦੇ ਵਿੱਚ ਪਹਿਲਾਂ ਵੀ ਕੀਰਤਨ ਕਰਦੇ ਸੀ? ਨਹੀਂ, ਪਰਿਵਾਰ ਦੇ ਵਿੱਚ ਪਹਿਲਾਂ ਜੋ ਮੇਰੇ ਪਿਤਾ ਜੀ, ਮੇਰੇ ਦਾਦਾ ਜੀ, ਉਹ ਗੁਰਬਾਣੀ ਪੜ੍ਹਦੇ ਸਨ, ਪਾਠੀ ਸਿੰਘ ਸਨ, ਪਾਠ ਕਰਦੇ। ਲੇਕਿਨ ਇੱਕ ਸਿੱਖੀ ਲੈ ਸਾਡੇ ਘਰ ਦੇ ਵਿੱਚ ਹਮੇਸ਼ਾ ਤੋਂ ਬਣੀ ਹੋਈ ਹੈ, ਅੱਜ ਵੀ ਜਿਉਂਦੀ ਤਿਉਂ ਕਾਇਮ ਹੈ। ਪਰ ਕੀਰਤਨ ਦੇ ਜੋ ਮੇਰੇ ਮਨ ਦੀ ਚਾਹਤ ਸੀ ਨਾ, ਆਪਾਂ ਪਹਿਲਾਂ ਵੀ ਗੱਲ ਕੀਤੀ, ਜੀ ਕਰਦਾ ਸੀ ਕੀਰਤਨ ਸਿੱਖੀਏ, ਕੀਰਤਨ ਕਰੀਏ, ਪਰ ਕੋਈ ਸਾਧਨ ਨਹੀਂ ਬਣ ਰਿਹਾ ਸੀ। ਤੇ ਇੱਕ ਮਾਤਾ ਪਿਤਾ ਦੀ ਵੀ ਸਪੋਰਟ ਸੀ, ਉਹਨਾਂ ਦਾ ਵੀ ਇੱਕ ਸਹਾਰਾ ਸੀ ਕਿ ਉਹਨਾਂ ਨੇ ਵਾਰੀ-ਵਾਰੀ ਉਹ ਜਗ੍ਹਾ ਲੱਭੀਆਂ ਜਿੱਥੇ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਹੈ। ਇਹਦੇ ਵਿੱਚ ਮੇਰੀ ਮਾਂ, ਮੇਰੇ ਪਿਤਾ, ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਜੋ ਕੀਰਤਨ ਦੀ ਸਿਖਲਾਈ ਮੈਨੂੰ ਪ੍ਰਾਪਤ। ਹੁਣ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਹੁਣ ਅਸੀਂ ਜੋ ਪਰਿਵਾਰ ਦੇ ਵਿੱਚ ਸਾਰਾ ਜੁਆਇੰਟ ਫੈਮਿਲੀ ਰਹਿ ਰਹੇ ਹਾਂ। ਮੇਰਾ ਛੋਟਾ ਭਾਈ, ਮੇਰੀ ਛੋਟੀ ਭਰਜਾਈ, ਬੱਚੇ,
ਮੇਰੇ ਮਾਤਾ ਪਿਤਾ, ਅਸੀਂ ਸਾਰਾ ਤਕਰੀਬਨ 10 ਜੀ ਅਸੀਂ ਇੱਕ ਘਰ ਦੇ ਵਿੱਚ ਹੀ ਰਹਿ ਰਹੇ ਹਾਂ। ਹੋਰ ਕੋਈ ਵੀ ਕੀਰਤਨ ਕਰਦਾ ਪਰਿਵਾਰ ਦੇ ਵਿੱਚ, ਜਾਂ ਬੱਚੇ ਜਾਂ ਵੀ ਤੁਹਾਡੇ ਬ੍ਰਦਰ? ਨਹੀਂ, ਕੀਰਤਨ ਤਾਂ ਦਾਸ ਦੀ ਗੁਰੂ ਦੀ ਕਿਰਪਾ ਦੇ ਨਾਲ ਦਾਸ ਹੀ ਕਰਦਾ, ਜੀ ਲੇਕਿਨ ਜੋ ਮੇਰੇ ਸੁਪਤਨੀ ਨੇ ਉਹ ਵੀ ਕਾਫੀ ਰੁਚੀ ਰੱਖਦੇ ਨੇ ਕੀਰਤਨ ਦੇ ਵਿੱਚ, ਜੀ ਜੀ ਤੇ ਤਕਰੀਬਨ ਉਹਨਾਂ ਨੂੰ 15 ਤੋਂ 20 ਸ਼ਬਦਾਂ ਦੀ ਸਿਖਲਾਈ ਸੀ ਆਪ ਦਿੱਤੀ ਹੈ ਉਹਨਾਂ ਨੂੰ। ਜੀ ਜੀ। ਜੇ ਆਪਾਂ ਗੱਲ ਕਰੀਏ ਕੀਰਤਨ ਤੁਸੀਂ ਕਿੱਥੇ ਕਿੱਥੇ ਕੀਤਾ ਜੀ? ਅੱਜ ਤੱਕ ਜਿੰਨਾ ਕੀਰਤਨ ਕੀਤਾ, ਫੋਰਨ ਕੰਟਰੀਆਂ ਤੱਕ ਵੀ ਆਪਾਂ ਗੱਲ ਕਰੀਏ ਤਾਂ ਕਿੱਥੇ ਕਿੱਥੇ ਕਰਦੇ ਹਾਂ? ਹਾਂਜੀ, ਜਦੋਂ ਮੌਕਾ ਮਿਲਿਆ ਨਾ ਇੱਥੇ ਮੁਕਤਸਰ ਸਾਹਿਬ ਦੇ ਵਿੱਚ ਵਿਚਰਨ ਦਾ, ਜੀ ਇੱਥੇ ਅਸੀਂ ਪਹਿਲਾਂ ਤਾਂ ਨਗਰ ਭਾਗ ਸਰ, ਉਹਨਾਂ ਸਮਿਆਂ ਦੇ ਵਿੱਚ ਇਹਨਾਂ ਦੇ ਜੋ ਪਿਤਾ ਮੇਰੇ ਸਾਈਡ ਵਾਲੇ ਸਿੰਘ ਭਾਈ ਸੁਖਵਿੰਦਰ ਸਿੰਘ ਜੀ, ਜੀ ਜੀ ਇਹ ਇਥੋਂ ਨਾਨਕ ਨਾਮ ਵਾਸ ਦੇ ਪੁਰਾਣੇ ਗ੍ਰੰਥੀ ਨੇ, ਜੀ। ਇਹਨਾਂ ਦੇ ਪਿਤਾ ਵੀ ਇੱਥੇ ਗ੍ਰੰਥੀ ਸਨ। ਜੀ। ਇੱਥੇ ਵੀ ਅਸੀਂ ਕਈ ਵਾਰ 2006-7 ਦੇ ਵਿੱਚ ਕੀਰਤਨ ਕਰਕੇ ਗਏ। ਜੀ ਅਸੀਂ ਭਾਗਸਰ ਕੀਰਤਨ ਕੀਤਾ, ਜੀ। ਬੜੀ ਦੂਰ ਦੂਰ ਤੱਕ ਕੀਰਤਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਜੀ ਇੱਥੋਂ ਤੱਕ ਕਿ ਭਾਈ ਗੁਰਪ੍ਰੀਤ ਸਿੰਘ ਬਗਰਾਹਾ ਅੱਜ ਕੱਲ USA ਦੇ ਵਿੱਚ ਉਹ ਸਿਟੀਜ਼ਨ ਨੇ, ਜੀ ਤੇ ਉਹ ਕੀਰਤਨ ਦੇ ਤੌਰ ਤੇ ਉੱਥੇ ਸੇਵਾ ਨਿਭਾ ਰਹੇ ਨੇ। ਜੀ ਜੀ ਤੇ ਉਹਨਾਂ ਦੇ ਨਾਲ ਪਿਆਰ ਪੈਣ ਕਰਕੇ ਉਹਨਾਂ ਦੀ ਸਾਈਡ ਤੇ ਵੀ ਮੈਂ ਕੰਮ ਕੀਤਾ। ਜੀ। ਅਸੀਂ ਦਿੱਲੀ ਤੱਕ, ਹੈਦਰਾਬਾਦ ਤੱਕ, ਇੱਥੋਂ ਤੱਕ ਕਿ ਅਸੀਂ ਕੀਰਤਨ ਕੀਤਾ, ਜੀ। ਤੇ ਬੜਾ ਸੰਗਤਾਂ ਦਾ ਪਿਆਰ ਮਿਲਿਆ। ਤੇ ਬਾਅਦ ਦੇ ਵਿੱਚ ਸੰਗਤ ਦਾ ਬੁਲਾਵਾ ਆਇਆ, ਇਨਵੀਟੇਸ਼ਨ ਆਇਆ ਮਲੇਸ਼ੀਆ ਦੇ ਵਿੱਚ। ਜੀ। ਮਲੇਸ਼ੀਆ ਦੇ ਵਿੱਚ ਜੋ ਉੱਥੋਂ ਦੀ ਰਾਜਧਾਨੀ ਹੈ ਕੁਆਲਾਲੰਪਰ, ਜੀ ਕੁਆਲਾਲੰਪਰ ਦੇ ਵਿੱਚ ਤਕਰੀਬਨ ਜੋ ਗੁਰਦੁਆਰਾ ਸਾਨਵੇ ਸਾਹਿਬ ਆ, ਜੀ ਉੱਥੇ ਜੋ ਗੁਰਦੁਆਰੇ ਦੇ ਵਿੱਚ ਸੇਵਾਦਾਸ ਨੇ 7 ਸਾਲ ਗ੍ਰੰਥੀ ਸਿੰਘ ਦੇ ਤੌਰ ਤੇ ਨਿਭਾਈ ਹੈ। ਤੇ ਨਾਲ ਅਸੀਂ ਕੀਰਤਨ ਅਤੇ ਜੋ ਮੇਰਾ ਕਥਾ ਦਾ ਸ਼ੌਂਕ ਸੀ, ਉੱਥੇ ਰਹਿ ਕੇ ਇਹ ਮੇਰਾ ਜਿਹੜਾ ਸ਼ੌਂਕ ਪੂਰਾ ਹੋਇਆ, ਕਥਾ ਦੇ ਨਾਲ ਮੈਂ ਜੁੜ ਸਕਿਆ ਉਹਨਾਂ ਸਮੇਂ ਦੇ ਵਿੱਚ। ਹੁਣ ਅਸੀਂ ਇੱਕ ਵਾਰੀ ਤੁਹਾਨੂੰ ਬੇਨਤੀ ਕਰਾਂਗੇ ਕਿ ਦਰਸ਼ਕਾਂ ਨੂੰ ਕੀਰਤਨ ਜ਼ਰੂਰ ਸੁਣਾਓ, ਸੰਗਤਾਂ ਨੂੰ ਇੱਕ ਵਾਰੀ। ਹਾਂਜੀ, ਇੱਕ ਅਸਥਾਈ ਦੇ ਤੌਰ ਤੇ ਤੁਹਾਡੇ ਨਾਲ ਸੌਂਪ ਜੀ। ਦੀ ਸਾਂਝ ਪਾ ਲੈਂਦੇ ਹਾਂ। ਜੀ ਜੀ ਕਹਿਆ ਕਰਨਾ ਦਿੱਤਾ ਦੇਣਾ, ਗਰੀਬਾ ਅਨਾਥਾ ਤੇਰਾ ਮਾਣਾ। ਕਹਿਆ ਕਰਨਾ ਦਿੱਤਾ ਦੇਣਾ, ਗਰੀਬਾ ਅਨਾਥਾ ਤੇਰਾ ਮਾਣਾ। ਸਭ ਕੀਸ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਣ ਜਾਏ ਜੀਓ। ਸਭ ਕੀਸ ਤੂੰ ਹੈ ਮੇਰੇ ਪਿਆਰੇ, ਤੇਰੀ ਕੁਦਰਤ ਕੋ ਬਣ ਜਾਏ ਜੀਓ। ਕਹਿਆ ਕਰਨਾ ਦਿੱਤਾ ਲੈਣਾ, ਗਰੀਬਾ ਅਨਾਥਾ ਤੇਰਾ ਮਾਣਾ। ਕਹਿਆ ਕਰਨਾ ਦਿੱਤਾ ਲੈਣਾ, ਗਰੀਬਾ ਅਨਾਥਾ ਤੇਰਾ ਮਾਣਾ। ਪਾਣੇ ਉੱਜਲ ਪਾਣੇ ਰਾਹ, ਪਾਣੇ ਉੱਜਲ ਪਾਣੇ ਰਾਹ, ਪਾਣੇ ਹਰ ਗੁਣ ਗੁਰਮੁਖ ਗਾਵਾ। ਪਾਣੇ ਕਲੀਅਰ ਕਰ ਗਏ। ਹਾਂਜੀ, ਵਾਹ ਜੀ ਵਾਹ ਜੀ ਵਾਹ ਜੀ। ਹੋਰ ਜੀ ਆਪਾਂ ਹੁਣ ਗੱਲ ਕਰਦੇ ਹਾਂ ਜੀ ਤਬਲਾ ਵਾਦਕ ਦੇ ਨਾਲ, ਜਿਨ੍ਹਾਂ ਨੇ ਬਹੁਤ ਸੋਹਣਾ ਤਬਲਾ ਵਜਾਇਆ। ਹਾਂਜੀ, ਖਾਲਸਾ ਜੀ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਭਾਈ ਮਨਪ੍ਰੀਤ ਸਿੰਘ ਜੀ, ਹਾਂ, ਮੁਕਤਸਰ ਸਾਹਿਬ ਤੋਂ। ਮੁਕਤਸਰ ਸਾਹਿਬ ਤੋਂ। ਮਨਪ੍ਰੀਤ ਸਿੰਘ ਜੀ, ਤੁਸੀਂ ਤਬਲਾ ਬਹੁਤ ਸੋਹਣਾ ਵਜਾਇਆ, ਕਿੰਨਾ ਕੁ ਸਿੱਖਿਆ ਲਈ ਹੈ ਤਬਲੇ ਦੀ? ਤਬਲੇ ਦਾ ਸ਼ੌਂਕ ਤਾਂ ਸ਼ੁਰੂ ਤੋਂ ਹੀ ਸੀ, ਤੇ ਸਹੀ ਵਿਦਿਆ 2012 ਵਿੱਚ ਲਗਭਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਗੁਰਮਤਿ ਵਿਦਿਆਲਿਆ ਚੱਲਦਾ ਸੀ। ਉੱਥੇ ਲਗਭਗ 1 ਸਾਲ ਤਬਲੇ ਦੀ ਵਿਦਿਆ ਲਈ। ਜੀ ਉਸ ਤੋਂ ਬਾਅਦ ਕਿਸੇ ਕਾਰਨ ਉਹ ਵਿਦਿਆਲਿਆ ਬੰਦ ਹੋ ਗਿਆ। ਉਸ ਤੋਂ ਬਾਅਦ ਭਾਈ ਗੁਰਵਿੰਦਰ ਸਿੰਘ ਜੀ, ਜੋ ਕਿ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਬੜੇ ਪਿਆਰ ਨਾਲ ਵਿਦਿਆਰਥੀਆਂ ਨੂੰ ਤਬਲੇ ਦੀ ਵਿਦਿਆ ਦਿੰਦੇ ਹਨ, ਉਹਨਾਂ ਤੋਂ ਦਾਸ ਨੇ 3 ਸਾਲ ਤਬਲੇ ਦੀ ਵਿਦਿਆ ਲਈ ਅਤੇ ਹੁਣ ਵੀ ਲੈ ਰਹੇ ਹਾਂ, ਅਤੇ ਉਹਨਾਂ ਤੋਂ ਤਬਲੇ ਦੀ ਵਿਦਿਆ ਲਈ ਹੈ। ਜੇ ਆਪਾਂ ਗੱਲ ਕਰੀਏ ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ ਮੱਲਣ, ਇਹਨਾਂ ਦੇ ਜਥੇ ਦੇ ਨਾਲ ਤੁਸੀਂ ਪੱਕੇ ਇਹਨਾਂ ਦੇ ਨਾਲੋਂ ਕੋਈ ਹੋਰ ਜਥੇ ਦੇ ਨਾਲ ਵੀ ਜਾਂਦੇ ਹੋ?
ਵੈਸੇ ਤਾਂ ਭਾਈ ਸਾਹਿਬ ਨਾਲ ਬਹੁਤ ਪਿਆਰ ਹੈ। ਜਦੋਂ ਵੀ ਪ੍ਰੋਗਰਾਮ ਹੋਵੇ ਦਾਸ ਨੂੰ ਯਾਦ ਕਰਦੇ ਹਨ ਤੇ 1.5 ਸਾਲ ਤੋਂ ਸੇਵਾ ਕਰ ਰਹੇ ਹਾਂ ਇਹਨਾਂ ਨਾਲ ਤਬਲੇ ਦੀ। ਤੇ ਹੋਰ ਵੀ ਮੁਕਤਸਰ ਸਾਹਿਬ ਦੇ ਪ੍ਰਾਈਵੇਟ ਰਾਗੀ ਸਿੰਘ ਅਤੇ ਦਰਬਾਰ ਸਾਹਿਬ ਦੇ ਦਾਸ ਨੂੰ ਸੇਵਾ ਦਾ ਮੌਕਾ ਦਿੰਦੇ ਹਨ ਅਤੇ ਦਾਸ ਜਾਂਦਾ ਉਹਨਾਂ ਨਾਲ ਵੀ ਤਬਲਾ ਤੇ ਕੀ ਨਾਮ ਹੈ ਜੀ? ਲਗਭਗ ਸਾਰਿਆਂ ਨਾਲ ਹੀ ਸੇਵਾ ਕੀਤੀ ਹੋਈ ਹੈ ਜੀ ਤਬਲਾ। ਸਾਰੇ ਨਾਲੇ ਹਾਂਜੀ। ਆਲਰਾਊਂਡਰ ਬੰਦੇ ਹੋ। ਹਾਂਜੀ। ਸੋ ਬਹੁਤ ਬਹੁਤ ਧੰਨਵਾਦ ਜੀ। ਇਧਰ ਵੀ ਆਪਾਂ ਗੱਲ ਕਰਾਂਗੇ। ਕੀ ਨਾਮ ਹੈ ਜੀ ਆਪਣਾ ਵਿਕਾਸ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਦਾ ਨਾਮ ਸੁਖਵਿੰਦਰ ਸਿੰਘ ਹੈ ਜੀ। ਹਾਂਜੀ, ਤੁਸੀਂ ਪੈਸਾ ਭਾਈ ਹਰਚੰਦ ਸਿੰਘ ਜੀ ਇਹਨਾਂ ਦੇ ਨਾਲ ਕੀਰਤਨ ਦੀ ਸੇਵਾ ਨਿਭਾ ਰਹੇ ਹੋ। ਤੁਸੀਂ ਇਹਨਾਂ ਦੀ ਸਿੱਖਿਆ ਲੈ ਰਹੇ ਹੋ ਜਾਂ ਹੋਰ ਕਿਤੋਂ ਸਿੱਖਿਆ ਲੈਂਦੇ ਹੋ ਕੀਰਤਨ ਦੀ? ਇਹਨਾਂ ਤੋਂ ਵੀ ਸਿੱਖਿਆ ਲੈ ਰਹੇ ਹਾਂ। ਵੈਸੇ ਪਹਿਲਾਂ ਮੈਂ ਸਿੱਖਿਆ ਸ਼ੁਰੂ ਕੀਤੀ ਸੀਗੀ 2011 ਦੇ ਵਿੱਚ ਜੀ ਸੁਰਸਾਂ ਸੰਗੀਤ ਅਕੈਡਮੀ ਤੋਂ ਜੀ। ਜੀ ਉੱਥੇ ਉਹਨਾਂ ਕੋਲੇ ਮੈਂ 2 ਸਾਲ ਲਾਏ ਸੀਗੇ। ਜੀ ਉਸ ਤੋਂ ਬਾਅਦ ਫਿਰ ਮੈਂ ਇਹਨਾਂ ਦੇ ਨਾਲ ਅਟੈਚਮੈਂਟ ਹੋ ਗਈ ਸੀ 2015 ਦੇ ਵਿੱਚ। ਜੀ ਜੀ ਤੇ ਫਿਰ ਇਹਨਾਂ ਤੋਂ ਸਿੱਖਿਆ ਲੈ ਰਹੇ ਹਾਂ। ਨਾਲ ਭੋਲਾ ਯਮਨਾ ਜੀ ਤੋਂ ਵੀ ਸਿੱਖਿਆ ਲੈ ਰਹੇ ਹਾਂ। ਘਰ ਦੇ ਵਿੱਚ ਹੋਰ ਵੀ ਕੋਈ ਕੀਰਤਨ ਕਰਦਾ? ਨਹੀਂ ਜੀ, ਹੋਰ ਕੋਈ ਨਹੀਂ। ਤੁਸੀਂ ਪ੍ਰੋਪਰ ਇੱਥੇ ਡਿਊਟੀ ਨਿਭਾ ਰਹੇ ਹੋ ਇਸ ਗੁਰਦੁਆਰਾ ਸਾਹਿਬ? ਹਾਂਜੀ, ਇਸ ਗੁਰਦੁਆਰਾ ਸਾਹਿਬ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਨਗਰ ਨਿਵਾਸੀ ਸੰਗਤਾਂ ਦਾ? ਬਹੁਤ ਹੀ ਪਿਆਰ ਵਾਲਾ ਸਹਿਯੋਗ ਮਿਲਿਆ ਜੀ, ਬਹੁਤ ਵਧੀਆ। ਜੇ ਆਪਾਂ ਬਾਹਰ ਦੀ ਗੱਲ ਕਰੀਏ, ਤੁਸੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਕੀਰਤਨ ਕਰਨ ਜਾਂਦੇ, ਸੰਗਤਾਂ ਦਾ ਕਿੰਨਾ ਕੁ ਪਿਆਰ ਮਿਲਦਾ? ਬਹੁਤ ਜ਼ਿਆਦਾ ਪਿਆਰ ਮਿਲਦਾ ਜੀ ਸੰਗਤਾਂ ਦਾ, ਬਹੁਤ ਸਤਿਕਾਰ ਮਿਲਦਾ ਸੰਗਤਾਂ ਦਾ। ਸੋ ਆਪਾਂ ਇਧਰ ਗੱਲ ਕਰਾਂਗੇ। ਹਾਂਜੀ, ਹੁਣ ਆਪਾਂ ਫਿਰ ਇੱਕ ਵਾਰ ਭਾਈ ਧਰਮ ਸਿੰਘ ਜੀ ਮੰਨੂ ਉਹਨਾਂ ਨਾਲ ਗੱਲ ਕਰਾਂਗੇ। ਬਾਬਾ ਜੀ, ਜੇ ਆਪਾਂ ਅਗਲੇ ਦੌਰ ਦੀ ਗੱਲ ਕਰੀਏ ਤਾਂ ਜਿਵੇਂ ਕੀਰਤਨ ਦੀ ਸਿਖਲਾਈ ਅੱਗੇ ਬੱਚਿਆਂ ਨੂੰ ਦਿੱਤੀ ਜਾਂਦੀ ਆ, ਟਕਸਾਲਾਂ ਦੇ ਵਿੱਚ ਵੀ ਦਿੱਤੀ ਜਾਂਦੀ ਹੈ। ਤੁਸੀਂ ਅੱਗੇ ਕੀਰਤਨ ਦੀ ਸਿਖਲਾਈ ਬੱਚਿਆਂ ਨੂੰ ਦਿੰਦੇ ਹੋ? ਹਾਂਜੀ, ਜੇ ਕੋਈ ਸਿੱਖਣ ਦਾ ਚਾਹਵਾਨ ਹੋਵੇ ਜੀ ਤੇ ਮੈਂ ਸਿਖਲਾਈ ਦਿੰਦਾ ਵੀ ਰਿਹਾ ਜੀ। ਮਲੇਸ਼ੀਆ ਦੇ ਵਿੱਚ ਰਹਿੰਦਾ ਹੋਏ ਕਾਫੀ ਬੱਚਿਆਂ ਨੂੰ ਸਿਖਾਇਆ ਜੀ। ਜੀ ਤੇ ਹੁਣ ਵੀ ਜੇਕਰ ਕੋਈ ਲੋੜਵੰਦ ਪਰਿਵਾਰ ਚੋਂ ਕੋਈ ਬੱਚਾ ਹੋਵੇ ਜੀ ਤੇ ਮੈਂ ਬਿਲਕੁਲ ਫ੍ਰੀ ਉਹਨਾਂ ਨੂੰ ਸਿੱਖਿਆ ਦਿੰਦਾ ਵੀ ਆ। ਜੀ ਤੇ ਜੇ ਕੋਈ ਲੋੜਵੰਦ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਵੀ ਸਕਦਾ ਹੈ। ਜੀ ਤੇ ਮੇਰੇ ਮਨ ਦੀ ਇੱਕ ਲਾਲਸਾ ਵੀ ਇੱਕ ਇਹੋ ਜਿਹੀ ਅਕੈਡਮੀ ਬਣੇ ਜਿਹਦੇ ਵਿੱਚ ਜਿਹੜਾ ਪੈਸਾ ਮਾਇਆ ਉਹ ਮੇਨ ਪ੍ਰਭਾਵ ਨਾ ਪਾਵੇ। ਮੇਨ ਜਿਹੜੀ ਲੋੜ ਹੈ, ਜੋ ਕਿਸੇ ਦੀ ਲੋੜ ਹੈ, ਜੇ ਆਪਾਂ ਲੋੜ ਪੂਰੀ ਕਰ ਸਕੀਏ, ਰੱਬ ਮੈਨੂੰ ਇੰਨਾ ਕੁ ਦੇਵੇ ਕਿ ਆਪਾਂ ਕਿਸੇ ਦੀ ਮਦਦ ਕਰਨ ਜੋਗੇ ਹੋ ਜਾਏਗੀ। ਇਹ ਮਨ ਦੀ ਲਾਲਸਾ ਵੀ ਇੱਕ ਅਕੈਡਮੀ ਖੁੱਲ ਗਏ ਬਿਲਕੁਲ ਫ੍ਰੀ, ਜਿਹੜੀ ਫੀਸ ਤੋਂ ਬਗੈਰ ਹੋਵੇ। ਤੁਸੀਂ ਇੰਟਰਨੈਸ਼ਨਲ ਰਾਗੀ ਹੋ। ਜੇ ਅਸੀਂ ਇਧਰ ਸਾਡੇ ਪੰਜਾਬ ਦੀ ਗੱਲ ਕਰੀਏ ਜਾਂ ਇੰਡੀਆ ਦੀ ਗੱਲ ਕਰੀਏ ਜਾਂ ਫੋਰਨ ਕੰਟਰੀਆਂ ਦੀ ਗੱਲ ਕਰੀਏ, ਕੀ ਫਰਕ ਹੈ ਜੀ ਇੱਧਰ ਤੇ ਉੱਧਰ ਦੇ ਵਿੱਚ? ਨਹੀਂ, ਜਦੋਂ ਤਾਂ ਗੁਰੂ ਦੇ ਨਾਮ ਦੀ ਗੱਲ ਆਉਂਦੀ ਆ, ਉਹ ਤਾਂ ਇੱਥੇ ਜਿਵੇਂ ਨਾਮ ਜਪਦੇ ਸਿੱਖ ਉੱਥੇ ਵੀ ਵੈਸੇ ਆ। ਜੀ ਪਰ ਜਦੋਂ ਆਪਾਂ ਐਜੂਕੇਸ਼ਨ ਦੀ ਗੱਲ ਕਰਦੇ ਹਾਂ, ਜੀ ਐਜੂਕੇਸ਼ਨ ਦੇ ਤੌਰ ਤੇ ਜਾਂ ਮੈਨਰ ਦੇ ਤੌਰ ਤੇ, ਜੀ। ਸੁਭਾਅ ਦੇ ਤੌਰ ਤੇ ਕਈ ਵਾਰ ਫਰਕ ਪੈ ਜਾਂਦਾ ਹੈ। ਲੇਕਿਨ ਸਾਰੀ ਸੰਗਤ ਵੈਸੇ ਇੱਕੋ ਜਿਹੀ ਹੁੰਦੀ ਆ, ਜੀ ਜੀ ਇੱਕੋ ਜਿਹਾ ਪਿਆਰ ਮਿਲਦਾ। ਜਿੰਨਾ ਕਿ ਸਾਨੂੰ ਇੱਥੇ ਪਿਆਰ ਮਿਲਦਾ, ਵੈਸੇ ਉੱਥੇ ਵੀ ਸਾਨੂੰ ਬਹੁਤ ਪਿਆਰ ਮਿਲਦਾ ਹੈ, ਪਰ ਉਹੀ ਪਿਆਰ ਸਾਨੂੰ ਇੱਥੇ ਵੀ ਬੜਾ ਨਗਰਾਂ ਦੇ ਵਿੱਚ ਮਿਲਦਾ ਹੈ। ਇੱਥੇ ਅਸੀਂ ਇਹਨਾਂ ਕੋਈ 4-5 ਸਾਲ ਤੋਂ ਆ ਰਹੇ ਹਾਂ, ਸਾਰਾ ਨਗਰ ਆਪਣੇ ਬੱਚਿਆਂ ਵਾਂਗ ਸਾਨੂੰ ਪਿਆਰ ਕਰਦਾ ਹੈ, ਇੰਨਾ ਪਿਆਰ ਮਿਲਦਾ ਹੈ। ਤੇ ਅੱਗੇ ਕੀ ਕਰਨਾ ਹੈ ਜੀ? ਹਾਂਜੀ, ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਕੁਝ ਕੁ ਸੁਪਨੇ ਨੇ। ਜੀ। ਵੈਸੇ ਤੇ ਸੁਪਨੇ ਕਹਿ ਸਕਦੇ ਜਦੋਂ ਤੱਕ ਪੂਰੇ ਨਹੀਂ ਹੁੰਦੇ। ਜੀ ਮੇਰਾ ਜਿਹੜਾ ਮੇਨ ਭਾਵ ਹੈ ਵੀ ਕੀਰਤਨ ਸਿਖਲਾਈ ਦੇ ਵਿੱਚ, ਕਿਉਂਕਿ ਅਜੇ ਤਾਂ ਅਸੀਂ ਜੋ ਕੀਰਤਨ ਕਰ ਰਹੇ ਹਾਂ ਨਾ, ਇਹ ਲਾਈਟ ਕੀਰਤਨ ਹੈ। ਜੀ ਅਸੀਂ ਕਲਾਸੀਕਲ ਕੀਰਤਨ ਵਾਲੇ ਪਾਸੇ ਜਾਣਾ ਚਾਹੁੰਦੇ ਹਾਂ ਜੀ ਵੀ ਜੋ ਗੁਰੂ ਪਾਤਸ਼ਾਹ ਜੀ ਨੇ ਕੀਰਤਨ ਬਣਾਇਆ ਸੀ, ਰਾਗ ਵਿਦਿਆ ਬਣਾਈ ਸੀ, ਉਹ ਰਾਗ ਵਿਦਿਆ ਦੇ ਅਨੁਸਾਰ ਜੇ ਕਿਤੇ ਮੌਕਾ ਮਿਲੇ ਨਾ, ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਅਕੈਡਮੀ ਕਰਾਉਣਾ ਚਾਹੁੰਦੇ ਹਾਂ ਵੀ ਕੁਝ ਉਹਦੇ ਵਿੱਚ ਰਾਗਾਂ ਦੀ ਵਰਤੋਂ ਵੀ ਕਰੀਏ। ਇਹ ਸਾਡਾ ਮੇਰਾ ਡ੍ਰੀਮ ਹੈ, ਇੱਕ ਸੁਪਨਾ ਹੈ। ਜੇ ਆਪਾਂ ਅੱਜ ਨਵੀਂ ਪੀੜ੍ਹੀ ਦੀ ਗੱਲ ਕਰੀਏ, ਸਾਡਾ ਜਿਹੜਾ ਨਵਾਂ ਸਮਾਜ ਹੈ, ਸਾਡੇ ਬੱਚੇ ਨੇ ਉਹ ਨਸ਼ਿਆਂ ਦੇ ਦਰਿਆ ਦੇ ਵਿੱਚ ਡੁੱਬਦੇ ਜਾ ਰਹੇ ਨੇ। ਆਉਣ ਵਾਲੀ ਪੀੜ੍ਹੀ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਹਾਂਜੀ, ਬਿਲਕੁਲ। ਜੋ ਪੰਜਾਬ ਦੇ ਵਿੱਚ ਅੱਜ ਦੇ ਹਾਲਾਤ ਨੇ, ਜਾਂ ਜਿਵੇਂ ਅੱਜ ਆਪਾਂ ਦੇਖਦੇ ਹਾਂ ਕਿਸਾਨੀ ਮੋਰਚਾ ਚੱਲ ਰਿਹਾ, ਚਾਰੇ ਪਾਸੇ ਪੰਜਾਬ ਨੂੰ ਮਾਰੂ ਨੀਤੀਆਂ ਦੇ ਉੱਪਰ ਜੋ ਕੇਂਦਰ ਦੀ ਨਿਗਾਹ ਹੈ ਸਾਡੇ ਤੇ, ਜੀ ਜੀ ਤੇ ਬੱਚਿਆਂ ਨੂੰ ਨਸ਼ਿਆਂ ਦੇ ਨਾਲ ਜੋੜਿਆ ਜਾ ਰਿਹਾ, ਜੀ ਐਜੂਕੇਸ਼ਨ ਤੋਂ ਦੂਰ ਕੀਤਾ ਜਾ ਰਿਹਾ, ਬਹਾਨੇ ਬਣਾਏ ਜਾ ਰਹੇ ਆ। ਮੇਨ ਮੰਤਰ ਕੀ ਹੋਣਾ ਚਾਹੀਦਾ ਕਿ ਜਦੋਂ ਤੱਕ ਅਸੀਂ ਗੁਰੂ ਵਾਲੇ ਪਾਸੇ ਨਹੀਂ ਲੱਗਦੇ ਨਾ, ਜਦੋਂ ਤੱਕ ਅਸੀਂ ਗੁਰਸਿੱਖੀ ਵਾਲੇ ਪਾਸੇ ਨਹੀਂ ਲੱਗਦੇ, ਜਾਂ ਆਪਣੇ ਬੱਚਿਆਂ ਨੂੰ, ਕਿਉਂਕਿ ਮਾਂ ਅਧਿਆਪਕ ਹੁੰਦੀ ਆਪਣੇ ਬੱਚਿਆਂ ਨੂੰ, ਜੇ ਮਾਂ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਨਹੀਂ ਜੋੜਨਗੀਆਂ ਨਾ, ਜਿਹੜਾ ਆਉਣ ਵਾਲਾ ਸਮਾਂ ਉਹ ਬਹੁਤ ਡਰਾਵਣਾ ਹੋਵੇਗਾ। ਇਸ ਕਰਕੇ ਮੇਰੇ ਮੈਸੇਜ ਤਾਂ, ਜੇ ਜਿੱਥੋਂ ਤੱਕ ਵੀ ਪਹੁੰਚਦਾ ਹੈ, ਮੇਰਾ ਮੈਸੇਜ ਤਾਂ ਇਹੀ ਸੁਨੇਹਾ ਹੈ ਸਾਰੇ ਬੱਚਿਆਂ ਨੂੰ ਕਿ ਆਪਣੇ ਮਾਂ ਪਿਓ ਦੇ ਅਨੁਸਾਰ, ਕਹੇ ਦੇ ਅਨੁਸਾਰ ਚੱਲੋ, ਤੇ ਮਾਵਾਂ ਨੂੰ ਵੀ ਬੇਨਤੀ ਖਾਸ ਕਰਕੇ ਕਿ ਆਪਣੇ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜ਼ਰੂਰ ਜੋੜੋ, ਕਿਉਂਕਿ ਜੇਕਰ ਉਹ ਗੁਰਸਿੱਖੀ ਦੇ ਨਾਲ ਨਹੀਂ ਜੋੜਨਗੇ ਨਾ, ਤੇ ਫਿਰ ਜਿਹੜੇ ਇਹ ਨਸ਼ੇ ਨੇ, ਜੋ ਇਹ ਨਸ਼ਾ ਤਸਕਰ ਨੇ, ਉਹ ਇਹਨਾਂ ਨੂੰ ਆਪਣੇ ਨਾਲ ਜੋੜ ਦੇਣਗੇ।
ਸੋ ਬਹੁਤ ਬਹੁਤ ਧੰਨਵਾਦ ਜੀ। ਬਾਬਾ ਜੀ ਨੇ ਸੁਨੇਹਾ ਦਿੱਤਾ ਕਿ ਜੋ ਆਉਣ ਵਾਲੀ ਪੀੜ੍ਹੀ ਹੈ ਸਾਡੀ ਉਹ ਕਰੇਤਾ ਤੋਂ ਬਚੇ, ਅਸੀਂ ਅੰਮ੍ਰਿਤ ਛਕੀਏ, ਸੰਗਤ ਛਕੀਏ, ਗੁਰੂ ਵਾਲੇ ਬਣੀਏ। ਸੋ ਬਹੁਤ ਬਹੁਤ ਸਵਾਗਤ ਹੈ ਜੀ ਆਪ ਜੀ ਦਾ ਪੰਜਾਬ ਬੋਲਦਾ ਨਿਊਜ਼ ਚੈਨਲ ਤੋਂ ਵੱਲੋਂ। ਸੋ ਆਪ ਜੀ ਦੇਖ ਰਹੇ ਹੋ ਪੰਜਾਬ ਬੋਲਦਾ ਨਿਊਜ਼ ਚੈਨਲ, ਮੈਂ ਆਪ ਜੀ ਦਾ ਵੀਰ ਸੁਖਦੇਵ ਸਿੰਘ ਸਾਗਰ। ਸੋ ਜਿਨ੍ਹਾਂ ਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਓ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।